ਮੰਦੇ ਜਿਹੜਾ ਕਿਸੇ ਦੇ ਦਿੱਤੇ ਨੂੰ ਭੁਲਾ ਦਿੰਦਾ ਹੈ ਨਾ, ਉਹਦਾ ਭਾਰ ਲੱਗਦਾ ਹੈ। ਭਾਈ ਸਾਹਿਬ ਜੀ ਕਹਿੰਦੇ ਜਿਹੜਾ ਮਨੁੱਖ ਕਿਸੇ ਦੇ ਦਿੱਤੇ ਹੋਏ ਨੂੰ ਚੇਤੇ ਨਹੀਂ ਰੱਖਦਾ, ਮਾਲਕ ਨੇ ਦਾਤਾਂ ਦਿੱਤੀਆਂ ਅਸੀਂ ਉਹ ਵੀ ਭੁਲਾ ਦਿੱਤੀਆਂ। ਜੇ ਕਿਸੇ ਦੁਨੀਆਦਾਰ ਨੇ ਸਾਡਾ ਕੋਈ ਕੰਮ ਸਵਾਰਿਆ ਅਸੀਂ ਉਹਨੂੰ ਵੀ ਭੁਲਾ ਦਿੱਤਾ। ਤੇ ਸਾਨੂੰ ਪਾਤਸ਼ਾਹ ਜੀ ਨੇ ਜਗ੍ਹਾ ਜਗ੍ਹਾ ਸੁਚੇਤ ਕੀਤਾ ਸੀ, ਜਿਹੜਾ ਮਨੁੱਖ ਸ਼ੁਕਰਾਨਾ ਕਰਨ ਵਾਲਾ ਹੈ ਉਹਦੀ ਬਾਬਤ ਵੀ ਪਾਤਸ਼ਾਹ ਜੀ ਨੇ ਲਿਖਿਆ। ਕਹਿੰਦੇ ਉਹ ਤਾਂ ਜਦੋਂ ਵੀ ਕੁਝ ਮਿਲਦਾ ਹੈ ਇਹ ਕਹਿੰਦਾ ਹੈ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼। ਉਹ ਤਾਂ ਕਹਿੰਦਾ ਹੈ ਜਿਸ ਕੀ ਬਸਤ ਤਿਸ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ। ਤੇ ਅਕਿਰਤ ਘਣ ਕੀ ਕਰਦਾ ਹੈ, ਗੁਰੂ ਦੇ ਦਰ ਤੇ ਆਇਆ, ਅਰਦਾਸ ਕੀਤੀ ਵੀ ਕਾਰੋਬਾਰ ਚੱਲ ਜਾਵੇ। ਜਦੋਂ ਕਾਰੋਬਾਰ ਚੱਲ ਗਿਆ ਉਦੋਂ ਗੁਰਦੁਆਰੇ ਫੇਰ ਨਹੀਂ ਵੜਿਆ, ਕਿਉਂਕਿ ਸਾਡਾ ਸੁਭਾਅ ਹੈ ਅਸੀਂ ਨਾ ਮਿਲਣ ਤੇ ਮਾਲਕ ਨਾਲ ਜੁੜਦੇ ਹਾਂ, ਨਾ ਮਿਲਣ ਤੇ। ਸਾਡਾ ਸੁਭਾਅ ਹੈ ਜਬ ਕਛ ਪਾਵੈ ਤਬ ਗਰਬ ਕਰਤ ਹੈ। ਜੇ ਚਾਰ ਕੌਡੀਆਂ ਮਿਲ ਗਈਆਂ ਫਿਰ ਵੀ ਹੰਕਾਰੀ, ਫਿਰ ਵੀ ਗੁਰਦੁਆਰਾ ਛੱਡਤਾ। ਬਿਜ਼ਨਸ ਹੀ ਇੰਨਾ, ਮੱਥਾ ਟੇਕਣ ਦਾ ਕਿੱਥੇ ਟਾਈਮ ਮੇਰੇ ਕੋਲੇ, ਰਹਿ ਰਸ ਦਾ ਪਾਠ ਮੈਂ ਨਹੀਂ ਕਰ ਸਕਦਾ। ਕੰਮ ਜੋ ਚੱਲ ਗਿਆ, ਜੇ ਮਿਲ ਗਿਆ ਤਾਂ ਵੀ ਮਾਲਕ ਦਾ ਸ਼ੁਕਰਾਨਾ ਨਹੀਂ, ਫਿਰ ਹੰਕਾਰੀ ਹੋ ਗਿਆ। ਜਬ ਕਛ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਣ ਲੱਗਦਾ। ਜੇ ਕੰਗਾਲ ਹੋ ਗਿਆ ਗਿਲਾ ਤਾਂ ਵੀ ਫਿਰ ਸਿਰ ਢਾ ਕੇ ਬਹਿ ਜਾਂਦਾ ਹੈ। ਮਨੁੱਖ ਦੋਨਾਂ ਹਾਲਤਾਂ ਵਿੱਚ ਸ਼ੁਕਰਾਨਾ ਨਹੀਂ ਕਰਦਾ। ਗੁਰੂ ਦੇ ਦਰ ਤੇ ਆਣ ਕੇ ਵਸਤੂਆਂ ਮੰਗਦਾ ਹੈ, ਮਿਲਦੀਆਂ ਰਹਿੰਦੀਆਂ ਨੇ। ਕਦੇ ਨਾ ਕਦੇ ਕੀਤੀ ਹੋਈ ਅਰਦਾਸ ਜਦੋਂ ਪੂਰੀ ਨਹੀਂ ਹੁੰਦੀ, ਹੋ ਸਕਦਾ ਸੀ ਪਾਤਰ ਨਾ ਹੋਈਏ ਤੇ ਸਾਡੇ ਵਾਸਤੇ ਵਧੀਆ ਨਾ ਹੋਵੇ, ਕਿਉਂਕਿ ਉਹ ਗੁਰੂ ਸਮਰੱਥ ਹੈ। ਉਹਨੂੰ ਪਤਾ ਹੈ ਵੀ ਬੱਚੇ ਨੂੰ ਕੀ ਦੇਣਾ ਤੇ ਕੀ ਨਹੀਂ ਦੇਣਾ। ਕਿਉਂਕਿ ਬੱਚੇ ਨੂੰ ਤਾਂ ਖੇਡਦਿਆਂ ਕਈ ਵਾਰ ਕੌਡੀਆਂ ਵਾਲਾ ਸੱਪ ਵੀ ਚੰਗਾ ਲੱਗਦਾ ਹੈ, ਮਾਂ ਨਹੀਂ ਫੜਾਉਂਦੀ, ਉਹਨੂੰ ਪਤਾ ਹੈ ਇਹਦਾ ਜੀਵਨ ਬਰਬਾਦ ਹੋ ਜਾਏਗਾ। ਬੱਚੇ ਨੂੰ ਬਲਦੀ ਹੋਈ ਅੱਗ ਦੀ ਚਵਾਤੀ ਵੀ ਚੰਗੀ ਲੱਗਦੀ ਹੈ, ਮਾਂ ਹੱਥ ਵਿੱਚ ਨਹੀਂ ਪਕੜਾਉਂਦੀ ਵੀ ਤਨ ਦੇ ਕੱਪੜੇ ਸਾੜ ਲਏਗਾ। ਇਸੇ ਲਈ ਪੰਚਮ ਪਾਤਸ਼ਾਹ ਕਹਿੰਦੇ ਮਾਲਕਾ ਮੰਗਣਾ ਤਾਂ ਤੇਰੇ ਦਰ ਤੋਂ ਹੀ ਆ, ਪਰ ਮੇਰੀਆਂ ਮੰਗਾਂ ਜਾਇਜ਼ ਪੂਰੀਆਂ ਕਰੀ। ਕਹਿੰਦੇ ਅਰਦਾਸ ਤਾਂ ਤੇਰੇ ਦਰ ਤੇ ਕਰਾਂਗਾ, ਪਰ ਜਿਹੜੀਆਂ ਤੈਨੂੰ ਪ੍ਰਵਾਨ ਹੋਣ ਉਹ ਦੇਵੀਂ। ਕਹਿੰਦੇ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੈ, ਮਾਤ ਪਿਤਾ ਕੰਠ ਲਾਏ ਰਾਖੈ ਆਨੰਦ ਸਹਿਜ ਤਬ ਖੇਲੈ। ਗੁਰੂ ਨੂੰ ਪਤਾ ਹੈ ਵੀ ਕੀ ਦੇਣਾ ਤੇ ਕੀ ਨਹੀਂ ਦੇਣਾ। ਸਾਡੀ ਆਦਤ ਹੈ ਅਸੀਂ ਆਣ ਕੇ ਮੰਗੀ, ਜਦੋਂ ਪੂਰੀ ਨਾ ਹੋਈ ਰਿਸ਼ਤੇਦਾਰਾਂ ਨੂੰ ਕਈ ਸੱਜਣ ਮਿੱਤਰੇ ਗੱਲਾਂ ਕਹਿੰਦੇ ਸੁਣੀਦੇ ਨੇ। ਕਹਿੰਦੇ ਗੁਰਦੁਆਰੇ ਜਾਣਾ ਕਾਹਦੇ ਵਾਸਤੇ, ਸਿਰ ਦੁਖਣੋਂ ਤੁਹਾਡਿਆਂ ਨੇ 2 ਵਾਰੀ ਅਰਦਾਸ ਕਰਿਆ ਮੈਂ, ਕੱਲ ਤੋਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ, ਮੇਰੀ ਤਾਂ ਸ਼ਰਧਾ ਹੀ ਟੁੱਟ ਗਈ। ਉਹ ਭਲਿਆ ਮਾਨਸਾ ਜਿਨ੍ਹਾਂ ਦੀ ਸ਼ਰਧਾ ਸੀ ਨਾ, ਉਹਨਾਂ ਦੇ ਸੀਸ ਤੇ ਆਰੇ ਚੱਲ ਗਏ ਤਾਂ ਵੀ ਸ਼ਰਧਾ ਨਹੀਂ ਟੁੱਟੀ। ਦੇਗਾਂ ਵਿੱਚ ਉਬਾਲ ਦਿੱਤਾ ਜਿਨ੍ਹਾਂ ਦੀ ਸ਼ਰਧਾ ਸੀ, ਉਹਨਾਂ ਦੀ ਫੇਰ ਵੀ ਨਹੀਂ ਟੁੱਟੀ। ਜਿਨ੍ਹਾਂ ਦੀ ਸ਼ਰਧਾ ਸੀ ਰੰਬੀਆਂ ਨਾਲ ਅਗਲਿਆਂ ਨੇ ਖੋਪਰ ਉਤਾਰ ਦਿੱਤੇ, ਸ਼ਰਧਾ ਫੇਰ ਵੀ ਨਹੀਂ ਟੁੱਟੀ। ਕਾਹਦੀ ਤੇਰੀ ਸ਼ਰਧਾ, ਜਦੋਂ ਸਿਰ ਨਹੀਂ ਸੀ ਦੁਖਦਾ 25 ਸਾਲ, ਉਦੋਂ ਕਿਹੜਾ ਤੂੰ ਸੁਖਮਨੀ ਸਾਹਿਬ ਨਿੱਤ ਪੜ੍ਹਦਾ ਸੀ। ਜੇ ਸ਼ਰਧਾ ਹੁੰਦੀ ਨਾ ਫੇਰ ਤੂੰ ਇਹ ਗਿਲਾ ਸ਼ਿਕਾਇਤ ਨਹੀਂ ਸੀ ਕਰਨੀ। ਇੱਕ ਦਿਨ ਜੇ ਕਿਤੇ ਥੋੜ੍ਹੀ ਬਹੁਤਾ ਕੁਝ ਨਾ ਮਿਲੇ ਉਸੇ ਦਿਨ ਗਿਲਾ ਕਰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਪਿਛਲੀਆਂ ਦਿੱਤੀਆਂ ਨੂੰ ਅਕਿਰਤ ਘਣ ਭੁਲਾ ਦਿੰਦਾ ਹੈ, ਅਗਲੀ ਨਵੀਂ ਮੰਗਦਾ ਹੈ, ਤੇ ਜੇ ਮਿਲੇ ਨਾ ਗਿਣਤੀ ਪੁੱਠੀ ਸ਼ੁਰੂ ਕਰਦਾ ਹੈ। ਕਹਿੰਦਾ ਆਹ ਹੀ ਇੱਕ ਮੰਗੀ ਸੀ, ਮਿਲੀ ਨਹੀਂ, ਗੁਰਦੁਆਰੇ ਆਉਣ ਦਾ ਫਾਇਦਾ ਕੀ। ਪੰਜਵੇਂ ਪਾਤਸ਼ਾਹ ਸੁਚੇਤ ਕਰਦੇ ਨੇ, ਕਹਿੰਦੇ ਭਲਿਆ ਮਾਨਸਾ ਤੂੰ ਹੈ ਅਕਿਰਤ ਘਣ, ਤੇ ਜੇ ਮਾਲਕ ਦਿੱਤੀਆਂ ਪਹਿਲੀਆਂ ਵੀ ਤੈਥੋਂ ਖੋਹ ਲਵੇ, ਜਿਹੜੀਆਂ ਉਹਨੇ 10 ਦਿੱਤੀਆਂ ਨੇ, 10 ਤੋਂ ਭਾਵ ਜਿਹੜੀਆਂ ਅੱਗੇ ਕਈ ਦਿੱਤੀਆਂ ਨੇ, ਤੂੰ ਗਿਣਤੀ ਕਰ ਰਿਹਾ ਵੀ ਇੱਕ ਮੰਗੀ ਉਹ ਵੀ ਨਹੀਂ ਮਿਲੀ। ਜੇ ਮਾਲਕ ਪਹਿਲੀਆਂ ਦਿੱਤੀਆਂ 10 ਖੋਹ ਲਵੇ ਤੇ 11ਵੀਂ ਵੀ ਨਾ ਦੇਵੇ, ਭਲਾ ਤੇਰਾ ਜ਼ੋਰ ਹੈ ਭਲਿਆ ਮਾਨਸਾ। ਪਾਤਸ਼ਾਹ ਜੀ ਕਹਿੰਦੇ 10 ਵਸਤੂਲੇ ਪਾਛੈ ਭਾਵੈ, ਏਕ ਵਸਤ ਕਾਰਨ ਵਿਖੋਟ ਗਵਾਵੇ। ਵਿਖੋਟ ਤੋਂ ਅਰਥ ਹੁੰਦਾ ਹੈ ਭੁਲਾ ਦੇਣਾ। ਏਕ ਵਸਤ ਕਾਰਨ ਵਿਖੋਟ ਗਵਾਵੇ, ਏਕ ਭੀ ਨਾ ਦੇ 10 ਭੀ ਹਿਰਲੇ ਤੋ ਮੂੜਾ ਕਹੋ ਕਹਾਂ ਕਰੇ। ਭਲਾ ਕੋਈ ਤੇਰਾ ਜ਼ੋਰ ਹੈ ਉਸ ਮਾਲਕ ਅੱਗੇ। ਸ਼ੇਖ ਸ਼ਾਦੀ ਨੇ ਇੱਕ ਛੋਟੀ ਜੀ ਕਹਾਣੀ ਲਿਖੀ ਹੈ। ਉਹ ਕਹਿੰਦਾ ਗਰਮੀਆਂ ਦਾ ਰਸਤਾ, ਮੇਰੇ ਤਨ ਦੇ ਵਿੱਚ ਕਹਿੰਦਾ ਘਰ ਵਿੱਚ ਗਰੀਬੀ ਹੋਣ ਕਰਕੇ ਨਾ ਤਾਂ ਬਹੁਤੇ ਵਧੀਆ ਕੱਪੜੇ ਤੇ ਪੈਰਾਂ ਤੋਂ ਨੰਗਾ ਜਾ ਰਿਹਾ ਸਾਂ। ਕਹਿੰਦਾ ਕੀ ਹੋਇਆ, ਅਚਾਨਕ ਦੇਖਿਆ ਦੁਨੀਆ ਦੇ ਲੋਕ ਘੋੜਿਆਂ ਤੇ ਸਵਾਰ ਹੋ ਕੇ ਜਾ ਰਹੇ ਨੇ ਤੇ ਉੱਤੇ ਸਗੋਂ ਛਤਰੀਆਂ ਲਈਆਂ ਹੋਈਆਂ ਨੇ ਗਰਮੀ ਤੋਂ ਬਚਣ ਵਾਸਤੇ। ਅਚਾਨਕ ਮਨ ਵਿੱਚ ਗਿਲਾ ਆਇਆ ਵੀ ਮਾਲਕਾ ਤੇਰਾ ਨਿਆਂ ਤਾਂ ਕੋਈ ਹੈ ਨਹੀਂ, ਮੈਂ ਇੰਨਾ ਚੰਗਾ ਕੰਮ ਕਰਨ ਜਾ ਰਿਹਾ ਹਾਂ, ਮੇਰੇ ਪੈਰਾਂ ਵਿੱਚ ਜੋੜਾ ਵੀ ਹੈ ਨਹੀਂ। ਆਹ ਕਿਰਤ ਘਣ ਜਿਨ੍ਹਾਂ ਨੇ ਕਦੇ ਯਕਾਤ ਨਹੀਂ ਕੱਢੀ, ਜਿਨ੍ਹਾਂ ਨੇ ਕਦੇ ਰੋਜ਼ੇ ਨਹੀਂ ਰੱਖੇ, ਜਿਨ੍ਹਾਂ ਨੂੰ ਤੇਰੇ ਦੀਨ ਈਮਾਨ ਤੇ ਵਿਸ਼ਵਾਸ ਕੋਈ ਨਹੀਂ, ਉਹ ਛਤਰੀਆਂ ਵੀ ਲਈ ਫਿਰਦੇ ਨੇ, ਘੋੜੇ ਵੀ ਬਹੁਤ ਵਧੀਆ ਕੁਆਲਿਟੀ ਦੇ ਨੇ ਇਹਨਾਂ ਦੇ ਉੱਪਰ ਚੜ੍ਹਨ ਵਾਸਤੇ। ਕਹਿੰਦੇ ਮੈਂ ਇਦਾਂ ਗਿਲੇ ਨਾਲ ਭਰਿਆ ਹੋਇਆ ਜਦੋਂ ਮਸਜਿਦ ਦੇ ਦੁਆਰੇ ਤੇ ਪਹੁੰਚਿਆ ਨਾ, ਕਹਿੰਦੇ ਕੀ ਹੋਇਆ, ਇੱਕ ਉਹ ਆਦਮੀ ਵੀ
नमाज पढ़न वास्ते जा रहा सीगा, जिहदियां लत्तां भी है नहीं, रड़ के जा रहा सी। कहंदे देखदियां सारी जिहड़ा गिला सी ना अंदर, कहंदे हत्थ जुड़ गए, मालका आ जिहनूं तैं पैर भी नहीं दिते, रड़ के जा रहा है, सगों शुकराने नाल भरिया होया है, तू मैनूं घट तो घट पैर तां दिते ने, जे इहदे वांगू तू मैथों पैर भी खोलवें भला मेरा तेरे अगे कोई जोर है। इसे लिए पातशाह जी कहते ने, जे तू किसे ना देही मेरे साहिबा, क्या को कड्डा गहना। उस मालक दे कोई गहने ला लवेगा जे ना देवे। अनेकां पिंगले लूले भी तुरे फिरते ने, जे मालक ने तन ठीक ठाक दिता है उहदा शुकराना करया कर। दूजी पौड़ी भाई साहब जी ने उचारण की, इहदी उथानका लिखते ने टीकाकार, कहते एक राजा सी धर्मी, उहदे घर विच कोई संतान पैदा ना हुई, काफ़ी लंबा समा बतीत हो गया। अचानक कहते कई सालों तो बाद अज बाहर सैर करने वास्ते जा रहा है, नदी के किनारे एक धोबी कहते कपड़े धो रहा है, तो कोले उहदा बच्चा खेड रहा है। जदों कोई चीज़ की कमी होए ना, मनुख का ध्यान वधेरे उस चीज़ वाले पासे नूं जांदा है। बच्चे नूं देखिया, बच्चा सुंदर, जाके धोबी दे कोल राजा कहन लगा, जे तू सहमत होवे मैं तेरे बच्चे नूं अडॉप्ट करना चाहुंदा हां, गोद पाउणा चाहुंदा हां। ते धोबी कहन लगा, मैं धन भाग समझांगा जे तू मेरे बच्चे नूं अडॉप्ट कर लवें। कहंदे खुशी खुशी बच्चा राजे दे नाल तोरिया, ते राजे ने प्रसन्न होकर धोबी की मदद भी की, बहुत सारी माया भी दी। लैके राजा घरे आया, उस बच्चे नूं पढ़ाया लिखाया, उन्होंने तलीम दी। जो 18-20 साल का होया ना, तो राजे ने की किया, राज संघासन बख्श दिता, अपनी जो चल अचल जायदाद सी वो दे दी। इस अकिरत घण ने पता की किया, राज भाग ते संभालदियां सब तो पहला काम यह किया भी उस बापू नूं, राजकुमार नूं, जिहड़ा पहला राजा सी उहनूं फड़ के बंदी खाने में पा दिता। पहला काम ये किया, तो यह काम कला उस राजकुमार ने नहीं किया। औरंगजेब ने भी अपने बापू नूं जिउंदे जी कैद विच पाया सी, अपनी भैन ते भरावां दा कतल कीता सी। ऐसे अकिरत घण बथेरे हुए ने। जदों बंदी खाने विच पा दिता, अनेकां वजीरां पंडितां प्रोतां ने समझाया, तो जदों कहंदे ने ना भी तूं ये की कीता, वो राजकुमार कहंदा भी बापू दा की भरोसा, मैनूं धोबी दे लड़के नूं लैके आंदा, कल नूं जे दा मन बदल गया अचानक, हो सकदा सारा कुछ लै लवे, इस करके इहदा इंतजाम कीता अंदर करके। कहंदा मैं हुण राजा अंदर सीखां दे विच है, सारे समझा हटे, पर उहने किसी दी गलबात ना सुनी। जदों गलबात किसी दी भी ना सुनी, ਜਿਹੜੀ ਭੰਗਣ ਉਹਦੇ ਆਣ ਕੇ ਰਾਜ ਭਾਗ ਦੇ ਵਿੱਚ ਸਾਫ ਸਫਾਈ ਦਾ ਕੰਮ ਕਰਦੀ ਹੈ, ਉਹ ਸਿੱਖਾਂ ਦੇ ਕੋਲ ਜਾ ਕੇ ਖੜੀ ਹੋ ਗਈ, ਰਾਜੇ ਨੂੰ ਕਹਿਣ ਲੱਗੀ, ਕਹਿੰਦੀ ਰਾਜਨ ਮੈਂ ਤੇਰੇ ਘਰ ਦਾ ਨਮਕ ਖਾਦਾ ਹੈ, ਮੈਥੋਂ ਤੁਹਾਡੀ ਹਾਲਤ ਦੇਖੀ ਨਹੀਂ ਜਾਂਦੀ, ਮੈਂ ਕੋਸ਼ਿਸ਼ ਕਰਕੇ ਦੇਖਾਂ ਤੇਰੇ ਪੁੱਤਰ ਨੂੰ ਸਮਝਾਵਾਂ। ਰਾਜਾ ਕਹਿੰਦਾ ਇੱਥੇ ਸਿਆਣੇ ਸਿਆਣੇ ਸਮਝਾ ਕੇ ਚਲੇ ਗਏ, ਕਿਸੇ ਦਾ ਸਮਝਾਇਆ ਉਹ ਸਮਝਿਆ ਨਹੀਂ। ਹੋ ਸਕਦਾ ਵੀ ਤੈਨੂੰ ਗਰੀਬਣੀ ਨੂੰ ਤਾਂ ਮੌਕਾ ਮਿਲਣ ਦਾ ਵੀ ਮੌਕਾ ਨਾ ਮਿਲੇ। ਉਹ ਕਹਿੰਦੀ ਵੀ ਮੌਕਾ ਮੈਂ ਆਪਣੇ ਆਪ ਪੈਦਾ ਕਰ ਲਵਾਂਗੀ। ਭੰਗਣ ਨੇ ਕੀ ਕੀਤਾ, ਅਗਲੇ ਦਿਨ ਕੁਝ ਤਿਆਰ ਕੀਤਾ ਸਮਾਨ, ਉਹਨੂੰ ਢੱਕ ਕੇ ਲੈ ਕੇ ਆ ਰਹੀ ਹੈ। ਜਿਸ ਪਾਸਿਓਂ ਰਾਜਾ ਮਹਿਲਾਂ ਦੇ ਵਿੱਚੋਂ ਬਾਹਰ ਨਿਕਲਦਾ ਸੀ, ਤੇ ਉਹ ਜਿਹੜਾ ਸਮਾਨ ਸੀ ਨਾ, ਉਹਨੂੰ ਢੱਕ ਕੇ ਟੇਢੀ ਹੋ ਕੇ ਪਾਸੇ ਦੀ ਬਚਾ ਕੇ ਲੈ ਕੇ ਜਾ ਰਹੀ ਹੈ। ਜਦੋਂ ਰਾਜकुमार ਨੇੜੇ ਆਇਆ, ਕਹਿੰਦਾ ਬੀਬੀ ਇਹ ਕੀ ਲੈ ਕੇ ਜਾ ਰਹੀ ਆ, ਬਦਬੂ ਆਉਂਦੀ ਹੈ, ਨੱਕ ਨਹੀਂ ਦਿੱਤਾ ਜਾਂਦਾ, ਤੂੰ ਲੁਕੋ ਕੇ ਜਾ ਰਹੀ ਆ। ਉਹ ਕਹਿਣ ਲੱਗੀ ਵੀ ਇਹ ਮੇਰੀ ਖੁਰਾਕ ਹੈ। ਕਹਿੰਦਾ ਖੁਰਾਕ ਹੈ ਜੀ, ਕਿਹੜੀ ਸਪੈਸ਼ਲ ਹੈ ਜਿਹਨੂੰ ਲੁਕੋ ਕੇ ਲਿਜਾ ਰਹੀ ਆ। ਕਹਿੰਦੇ ਉਹ ਭੰਗਣ ਕਹਿਣ ਲੱਗੀ ਇਹ ਹੈ ਕੁੱਤੇ ਦਾ ਮਾਸ ਤੇ ਸ਼ਰਾਬ ਦੇ ਵਿੱਚ ਰਿੰਨਿਆ, ਤੇ ਆ ਜਿਹੜਾ ਭਾਂਡਾ ਹੈ ਇਹ ਮਨੁੱਖ ਦੀ ਖੋਪਰੀ ਉਹਦੇ ਵਿੱਚ ਪਾਇਆ ਹੈ, ਤੇ ਗੰਦੇ ਕੱਪੜੇ ਨਾਲ ਜਿਹੜਾ ਲਹੂ ਦੇ ਨਾਲ ਲਿਬੜਿਆ ਉਹਦੇ ਨਾਲ ਢੱਕਿਆ ਹੋਇਆ। ਤੇ ਉਹ ਕਹਿੰਦਾ ਢੱਕਿਆ ਹੋਇਆ ਬਦਬੂ ਆਉਂਦੀ, ਤੇ ਲੁਕੋ ਕਿਉਂ ਰਹੀ? ਕਹਿੰਦੀ ਮੈਂ ਲੁਕੋ ਇਸ ਕਰਕੇ ਰਹੀ ਹਾਂ ਵੀ ਇਹ ਮੇਰੀ ਖੁਰਾਕ ਹੈ, ਮੈਂ ਸੋਚ ਰਹੀ ਸਾਂ ਵੀ ਕਿਸੇ ਅਕਿਰਤ ਘਣ ਦੀ ਨਜ਼ਰ ਨਾ ਪੈ ਜਾਵੇ, ਖਾਣ ਜੋਗਾ ਨਹੀਂ ਰਹੇਗਾ। ਉਹ ਰਾਜकुमार ਕਹਿੰਦਾ ਕਮਾਲ ਦੀ ਗੱਲ ਆ ਵੀ ਐਸਾ ਕਿਰਤ ਘਣ ਕੌਣ ਆ? ਉਹ ਕਹਿੰਦੀ ਵੀ ਇਸ ਇਲਾਕੇ ਵਿੱਚ ਤੇਰੇ ਨਾਲੋਂ ਵੱਡਾ ਕਿਰਤ ਘਣ ਕੋਈ ਹੋਏਗਾ, ਤੂੰ ਆਉਂਦਾ ਸੀ ਸਾਹਮਣੇ ਤਾਂ ਕਹਿੰਦੀ ਮੈਂ ਢੱਕ ਕੇ ਪਾਸੇ ਨੂੰ ਕੀਤਾ। ਉਹ ਕਹਿੰਦਾ ਮੈਂ ਕਿਰਤ ਘਣ ਕਿਵੇਂ? ਉਹ ਭੰਗਣ ਕਹਿਣ ਲੱਗੀ, ਕਹਿੰਦੀ ਜਿਸ ਬਾਪ ਨੇ ਤੈਨੂੰ ਸੰਭਾਲਿਆ, ਤੈਨੂੰ ਪੜ੍ਹਾਇਆ ਲਿਖਾਇਆ, ਗਰੀਬ ਪਰਿਵਾਰ ਵਿੱਚੋਂ ਤੂੰ ਆਇਆ, ਤੇਰੇ ਤੇ ਇੰਨਾ ਤਰਸ ਕੀਤਾ, ਤੂੰ ਉਹਨੂੰ ਬੰਦੀ ਖਾਨੇ ਵਿੱਚ ਪਾ ਦਿੱਤਾ, ਤੇਰੇ ਨਾਲੋਂ ਵੱਡਾ ਕਿਰਤ ਘਣ ਕੌਣ ਹੋਏਗਾ? ਰਾਜकुमार ਦੀਆਂ ਕਹਿੰਦੇ ਅੱਖਾਂ ਖੁੱਲ ਗਈਆਂ। ਉਸ ਭੰਗਣ ਦੇ ਕਰੜੇ ਕਹੇ ਹੋਏ ਸ਼ਬਦ ਅਸਰ ਕਰ ਗਏ। ਜਾ ਕੇ ਪਿਤਾ ਤੋਂ ਮੁਆਫੀ ਵੀ ਮੰਗੀ ਤੇ ਉਹਨੂੰ ਬੰਦੀ ਖਾਨੇ ਵਿੱਚੋਂ ਬਾਹਰ ਲੈ ਕੇ ਆਇਆ। ਇਹ ਕਹਾਣੀ ਕੇਵਲ ਉਸ ਰਾਜकुमार ਦੀ ਨਹੀਂ, ਸਾਡੀ ਸਾਰਿਆਂ ਦੀ ਇਹ ਕਹਾਣੀ ਹੈ।
जैस राजान राज पानान भान, मालक ने सब कुछ दिता, असी अकिरत घण हो के उन्होंने भुलाया होया है। मालक ने तरस करके इन्ना कुछ दिता, सोयना रूपा रंगला मोती तै माणक जियो, से वास्तु शह दित्तियां मैं तिरस्यों लाया चित जियो, मंदर मिट्टी संदड़े पत्थर कीते रास जियो, हों इन्नी टोली भुलीस तिस कंत ना बैठी पास जियो। नूं कदे नहीं चेता कीता। ਅਸੀਂ ਇਹ ਕਿਰਤ ਘਣ ਨਹੀਂ, ਜਿਹਨੇ ਇੰਨੀਆਂ ਦਾਤਾਂ ਦਿੱਤਾ, ਸਾਡੇ ਕੋਲੇ ਸ਼ੁਕਰਾਨਾ ਕਰਨ ਦਾ ਜੀ ਟਾਈਮ ਹੀ ਹੈ ਨਹੀਂ, ਸਾਡਾ ਸਿਰ ਦੁਖਣ ਲੱਗ ਗਿਆ, ਗੁਰਦੁਆਰੇ ਨਹੀਂ ਜਾਣਾ ਕੱਲ ਨੂੰ। ਪਾਤਸ਼ਾਹ ਜੀ ਕਹਿੰਦੇ ਉਹ ਕਿਰਤ ਘਣਾ ਇੰਨਾ ਕੁਝ ਦਿੱਤਾ, ਲੂਣ ਹਰਾਮੀ ਗੁਨਹਗਾਰ ਬੇਗਾਨਾ ਆਲਪ ਮਤ, ਜੀਓ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ, ਤਤ ਲਾਹਾ ਮਾਇਆ ਕਾਰਨੇ ਦਹਿਦਿਸ਼ ਢੂੰਡਣ ਜਾਏ, ਦੇਵਨ ਹਾਰ ਦਤਾਰ ਪ੍ਰਭ ਨਿਮਖ ਨਾ ਮਨੈ ਵਸਾਏ। ਉਹਨੂੰ ਕਦੇ ਚੇਤੇ ਨਹੀਂ ਕਰਦਾ ਤੇਰੇ ਨਾਲ ਦਾ ਕਿਰਤ ਘਣ ਕੌਣ ਹੋਏਗਾ। तीजी पौड़ी भाई गुरदास जी ने लिखी, कहते जगत जलंधर नूं ठारदे हुए गुरु नानक पातशाह जी भूमीए कोल जदों पहुंचे ने ना, संगत 2-3 दिन कीती ते संगत विच बैठदियां होइआं हुण समझाउण वाले प्रचार करन वाले गुरु नानक पातशाह समर्थ ने, ਜਿਹੜੇ अंदरों ते बाहरों एक ने, जिन्हां दा स्वार्थ कोई नहीं, साडे वांगू पैसे लैके गल करन वाले नहीं, मूँह रख के। गुरु पातशाह जी दीआं गल्लां दा, बचना दा, शब्द दा इन्ना गहरा असर होया। पातशाह जी दे कोल आ गया, पातशाह जी प्यार नाल पुछदे ने, कहंदे सज्जणा कामकार की करदा? कहण लगा जी चोरियां करदा हां। पातशाह जी कहंदे भी ये चंगी गल नहीं छड्डदे, कहंदा जी भी मैं एवें झूठा लारा नहीं लाउणा, ये हैगा साडा पिता पुरखी धंधा, ये नहीं छड्डिया जाएगा। पातशाह जी कहंदे भी चल कोई गल नहीं, जे नहीं छड्डना इउं कर भी चोरी भावें करदा रही, आ 3 गल्लां ते पैरा दे लवीं। कहंदा जी हाँ होर गल्लां मन लावांगा, चोरी तो करनी मैं। सारे हैरान ने जिहड़े बैठे ने भी पातशाह जी इजाजत दे रहे ने चोरी करन दी। पातशाह जी कहंदे पहली गल ये चेते रखी भी सच बोली। कहंदा जी ठीक आ। पातशाह जी कहंदे दूजी गल किसे दा नमक खा के हराम ना करी। तीजी गल कहंदे गरीब मार ना करी। कहंदा जी मन लवांगा ये गल्लां कह के पातशाह जी चले गए। पातशाह जी नूं पता सी भी जे 3 गल्लां ते अमल कर लिया ये सारा कुछ दा अपने आप ही छुट जाना। पातशाह जी चले गए। 2-4 दिन लंघे, सोचा भी मेरा नित का एक किता है, तू बिना गुजारा नहीं होना, भी चोरी करने वास्ते तो जाना ही जाना, पर हुण माड़ा मोटा किसी आम बंदे नूं नहीं लुटना। अज शहर का जिहड़ा सारिਆਂ तो अमीर है, जिहड़ा राजा चोरी उहदे घरे करांगे चल के। कहंदे चंगे इहने सूट बूट पहने, जिवें अज भी जिहड़े स्पैशल वड्डे ठग ने ना, टाइयां बूट कोट आम बंदिआं नालों वधिया पाउंदे ने, भुलेखा पै जांदा है। एयरपोर्टां ते लुट्टण वाले लोकां नूं, जेबां कट्टण वाले, बैंकां लुट्टण वाले पढ़े लिखे ते सूट बूट पाउण वाले बंदे हुंदे ने। उत्थे की होया, कहंदे उहने बहुत वधिया घोड़ा लिया, वधिया पोशाक पाई ते राजे दे महिलां अगे चलिया गया। जिहड़ा संतरी खड़िया सी वो पुछदा भी तुसीं कौन आ, किवें आए? कहंदा जी मैं चोर आ ते अंदर चलिया चोरी करन, होर की। उहने देखिया भी इन्नी सोहणी पोशाक, घोड़ा बड़ा वधिया, ते चोर की जुरत पै सकती भी राजे दे महिला अगे आण के गल कवे मैनूं लगदा राजे दा कुछ नज़दीकी आ ये। उन्हें लंघण वास्ते इजाजत दे दी। अंदर गया, जाके समान सारा इकट्ठा कर लिया, सोना चांदी सब कुछ इकट्ठा कर लिया। लालच होर वधिया भी गांह भी होर हत्थ मार के देख लवां। रात अद्धी क बतीत हो गई। पुराने समय में समान भी कुजियां बठलियां विच पा के रखा जाता, खाण वाला समान भी। लभद्या कहते अद्धी क रात हो गई, पहला सोने चांदी का समान गंढलियां बनिया पईयां ने, रसोई में चलिया गया। हथ मारद्या की देखा कि चिट्टा जिहा पदार्थ हथ नूं लगा। इन्हें तली ते पा के चखिया भी जे शायद कुछ खाण वाला होया तो खा ही लवांगे। कहते जदों चट के देखा वो लूण सी। गुरु पातशाह की गल चेते आई भी पातशाह ने कहा सी लूण हरामी नहीं बनना, तो सारा कुछ छड्ड के वापस आ गया। जदों छड्ड के वापस आ गया ना, राजे ने देखा भी रात आया कोई चोर, उन्हें सोना चांदी सब कुछ इकट्ठा कर लिया, पर वजह बुझाया छड्ड के चलिया गया। जेड़े माड़े मोटे किसी की दाती रस्सा कई चोरी करने वाले सन ना, उन्होंने कुट पैण लगी। सारिਆਂ ਦੇ ਜਦੋਂ ਕੁੱਟ ਪੈਣ ਲੱਗੀ ना, इस गल का पता भूमियों ਨੂੰ लगा। कहन लगा भी पातशाह कह के गए सन भी गरीब मार नहीं करनी, या तो मेरा करके गरीब मार हो रही है। जाके अपने आप को राजे के सामने पेश कर दिता। राजे नूं कहन लगा तुहाडा चोर मैं हाँ। राजा कहंदा भी एवें झूठ नहीं मारीदा, चोर नहीं इदां नाल आउंदा हुंदा चल के। वो कहंदा भी बिल्कुल मैं चोर हाँ। राजा कहंदा भी आए नहीं मेरी तसल्ली हुंदी। वो कहंदा भी फलाना संतरी उस दिन पैरे ते खड़ा सी, उन्हें आह गल्लां कह के अंदर लंघिया। जदों बुलाया वो कहंदा जी सचमुच इदां नाल ही हुई है। राजा कहंदा भी जे तू आया समान सारा वज्जा पिया सी, लैके क्यों नहीं गया?
ਭੂਮੀਆ ਕਹਿਣ ਲੱਗਾ ਵੀ ਮੈਂ ਸਮਾਨ ਤਾਂ ਬੰਨ ਲਿਆ ਸੀ, ਪਰ ਤੇਰੇ ਘਰ ਦਾ ਨਮਕ ਖਾ ਬੈਠਾ। ਮੈਨੂੰ ਗੁਰੂ ਨਾਨਕ ਨਿਰੰਕਾਰੀ ਨੇ ਉਪਦੇਸ਼ ਦਿੱਤਾ ਸੀ ਵੀ ਕਿਸੇ ਦਾ ਲੂਣ ਹਰਾਮ ਨਹੀਂ ਕਰਨਾ, ਇਸ ਕਰਕੇ ਮੈਂ ਛੱਡ ਕੇ ਚਲਿਆ ਗਿਆ। ਹੁਣ ਗਰੀਬ ਮਾਰ ਹੁੰਦੀ ਸੀ, ਮੇਰੇ ਥਾਂ ਤੇ ਅਨੇਕਾਂ ਦੇ ਕੁੱਟ ਪੈ ਰਹੀ ਸੀ, ਤੇ ਮੈਂ ਆਣ ਕੇ ਕੀਤਾ। ਰਾਜਾ ਇੰਨਾ ਪ੍ਰਸੰਨ ਹੋਇਆ, ਪ੍ਰਭਾਵਿਤ ਹੋਇਆ, ਆਪਣੇ ਰਾਜ ਭਾਗ ਦੇ ਵਿੱਚ ਫੌਜਾਂ ਦਾ ਜਰਨੈਲ ਰੱਖ ਲਿਆ, ਚੰਗੇ ਅਹੁਦੇ ਤੇ ਰੱਖ ਲਿਆ, ਤੇ ਚੋਰੀ ਉਹਦੀ ਛੁੱਟ ਗਈ। ਗੁਰੂ ਪਾਤਸ਼ਾਹ ਦੇ ਸਮਝਾਉਣ ਦਾ ਢੰਗ, ਅਸੀਂ ਮੁਸਲਮਾਨ ਸ਼ਰ੍ਹਾ ਦੇ ਵੀ ਜਦੋਂ ਗ੍ਰੰਥ ਪੜ੍ਹਦੇ ਹਾਂ, ਉਹ ਵੀ ਜਦੋਂ ਕਿਸੇ ਨੂੰ ਨਮਕ ਹਰਾਮੀ ਕਹਿਣਾ ਹੋਵੇ ਨਾ, ਕਸਰੇ ਸ਼ਾਨ ਸ਼ਬਦ ਹੈ। ਜਦੋਂ ਕਿਸੇ ਨੂੰ ਇਹ ਗੱਲ ਕਹਿ ਦਿੱਤੀ ਜਾਵੇ ਉਹ ਬਹੁਤ ਗੁੱਸਾ ਕਰਦੇ ਨੇ, ਤੇ ਸਾਡੀ ਜ਼ੁਬਾਨ ਤੇ ਵੀ ਇਹ ਗੱਲ ਹੁੰਦੇ ਨੇ ਵੀ ਨਮਕ ਹਰਾਮੀ ਨਾ ਬਣੀ। ਹੁਣ ਇਹਦਾ ਮਤਲਬ ਇਹ ਨਹੀਂ ਲੈ ਲੈਣਾ ਵੀ ਕਿਸੇ ਦਾ ਨਮਕ ਹਰਾਮ ਨਹੀਂ ਕਰਨਾ ਤੇ ਕੜਾਹ ਪ੍ਰਸ਼ਾਦ ਖਾ ਕੇ ਹਰਾਮ ਕਰ ਦੇਣਾ, ਨਹੀਂ ਨਹੀਂ। ਦਰਅਸਲ ਸਾਡੇ ਘਰ ਵਿੱਚ ਰਸੋਈ ਵਿੱਚ ਸਭ ਤੋਂ ਜੇ ਕੋਈ ਸਸਤਾ ਪਦਾਰਥ ਹੈ ਉਹ ਲੂਣ ਹੈ। ਤੇ ਪਾਤਸ਼ਾਹ ਕਹਿੰਦੇ ਭਲਿਆ ਮਾਨਸਾ, ਜੇ ਕਿਸੇ ਦੀ ਚੁਟਕੀ ਲੂਣ ਦੀ ਵੀ ਖਾਧੀ ਹੋਵੇ ਨਾ, ਉਹਨੂੰ ਵੀ ਚੇਤੇ ਰੱਖੀ, ਨਮਕ ਹਰਾਮੀ ਨਾ ਬਣੀ। ਤੇ ਅਸੀਂ ਇੰਨਾ ਕੁਝ ਲੈ ਕੇ ਮਾਲਕ ਨੂੰ ਭੁਲਾਇਆ ਹੋਇਆ ਹੈ। ਜਿਹੜਾ ਸ਼ਲੋਕ ਆਪਾਂ ਸ਼ੁਰੂ ਵਿੱਚ ਸਰਵਣ ਕੀਤਾ ਨਾ, ਪਾਤਸ਼ਾਹ ਜੀ ਕਹਿੰਦੇ ਨੇ, ਨਿਰਗੁਣੀ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ। ਅੱਗੇ ਉਹਦਾ ਵਿਸਥਾਰ ਕਰਦੇ ਨੇ ਅਸ਼ਟਪਦੀ ਦੀ ਪਹਿਲੀ ਪੌੜੀ ਵਿੱਚ, ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਮਨੁੱਖ ਅਕਸਰ ਉਹਦੇ ਨਾਲ ਹੀ ਬਹਿਣੀ ਉੱਠਣੀ ਰੱਖਦਾ ਹੈ ਨਾ, ਮਿੱਤਰਤਾ ਉਹਦੇ ਨਾਲ ਰੱਖਦਾ। ਕਹਿੰਦਾ ਵੀ ਮੈਂ ਫਲਾਣੇ ਸੱਜਣ ਕੋਲੇ ਵਧੇਰੇ ਤਾਂ ਆਉਣਾ ਜਾਣਾ, ਉਹਨੇ ਮੇਰੇ 3-4 ਕੰਮ ਸਵਾਰੇ ਵੱਡੇ ਵੱਡੇ। ਪਾਤਸ਼ਾਹ ਜੀ ਕਹਿੰਦੇ ਪੱਕੀ ਗੱਲ ਆ ਵੀ ਜਿਹਨੇ ਕੰਮ ਸਵਾਰੇ ਉਹਨੂੰ ਚੇਤਾ ਰੱਖੇਗਾ। ਹੁਣ ਮਨੁੱਖ ਦਾ ਇਹ ਸੁਭਾਅ ਹੈ ਨਾ, ਪਾਤਸ਼ਾਹ ਜੀ ਨੇ ਲਿਸਟ ਪੜ੍ਹ ਕੇ ਸੁਣਾਈ, ਕਹਿੰਦੇ ਮੈਂ ਆ ਤੈਨੂੰ ਚੇਤੇ ਕਰਾਵਾਂ ਵੀ ਮਾਲਕ ਨੇ ਤੈਨੂੰ ਕੀ ਕੁਝ ਦਿੱਤਾ ਹੋ। ਕੋਈ ਆਦਮੀ 2 ਚੀਜ਼ਾਂ ਦੇਗਾ, ਕੋਈ 4 ਦੇ ਦੇਗਾ, ਮਾਲਕ ਨੇ ਬਹੁਤ ਕੁਝ ਦਿੱਤਾ, ਪਰ ਤੇਰਾ ਧਿਆਨ ਨਹੀਂ ਜਾਂਦਾ। ਕਿਉਂ ਨਹੀਂ ਜਾਂਦਾ? ਕਿਉਂਕਿ ਉਹਨੇ ਮਿਹਰਬਾਨਗੀ ਕਰਕੇ ਦਿੱਤਾ, ਬਦਲੇ ਵਿੱਚ ਦੇਣਾ ਕੁਝ ਨਹੀਂ ਪਿਆ। ਪਾਤਸ਼ਾਹ ਜੀ ਨੇ ਪਹਿਲੀ ਪੰਕਤੀ ਵਿੱਚ ਸਮਝਾਇਆ, ਕਹਿੰਦੇ ਰਮਈਆ ਕੀ ਗੁਣ ਚੇਤ ਪ੍ਰਾਨੀ, ਉਸ ਰਮੇ ਹੋਏ ਰਾਮ ਨੂੰ ਚੇਤੇ ਰੱਖਿਆ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਮੂਲ ਕੀ ਸੀ ਤੇਰਾ? ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ। ਮਾਲਕ ਨੇ ਤੈਨੂੰ ਕਿਵੇਂ ਸਵਾਰ ਦਿੱਤਾ, ਤੇਰਾ ਮੂਲ ਕੀ ਸੀ? ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾਲੇ ਦੇਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ